याकूब दी पत्री परताविਆਂ ਦਾ ਲਾਭ ਮਾਲ ਕਰਨ ਦੀ ਲੋੜ। ਚੈਪਟਰ 1। ਲਿਖਸਮ ਯਾਕੂਬ ਜਿਹੜਾ ਪਰਮੇਸ਼ਰ ਤੇ ਪ੍ਰਭੂ ਯਿਸੂ ਮਸੀਹ ਦਾ ਦਾਸ ਆ, ਅੱਗੇ ਜੋਗ ਉਹਨਾਂ 12 ਬੂਤਾਂ ਦੀ ਜਿਹੜੇ ਖਿੰਡੇ ਹੋਏ ਹਨ ਸੁਖ ਸਾਂਦ ਹੋਵੇ। ਇਹ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਾਓ ਤੇ ਇਹਨੂੰ ਪੂਰਨ ਆਨੰਦ ਦੀ ਗੱਲ ਜਾਣੋ, ਕਿਉਂ ਜੋ ਤੁਸੀਂ ਜਾਣਦੇ ਹੋ ਵੀ ਜਿਹੜੀ ਤੁਹਾਡੀ ਨਿਸ਼ਚਾ ਦੀ ਪ੍ਰੀਖਿਆ ਧੀਰਜ ਬਣਾਉਂਦੀ ਹੈ ਤੇ ਧੀਰਜ ਦੇ ਕੰਮ ਨੂੰ ਪੂਰਾ ਹੋ ਲੈਣ ਦਿਓ ਵੀ ਤੁਸੀਂ ਸਿੱਧੇ ਅਤੇ ਸੰਪੂਰਨ ਹੋਵੋ, ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ। ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਅਕਲ ਦਾ ਘਾਟਾ ਹੋਵੇ ਤਾਂ ਪਰਮੇਸ਼ਰ ਕੋਲੋਂ ਮੰਗੇ, ਜਿਹੜਾ ਸਭਨਾਂ ਨੂੰ ਖੁੱਲੇ ਦਿਲ ਨਾਲ ਬਿਨਾਂ ਉਲਾਂਭੇ ਦੇ ਦਿੰਦਾ ਹੈ, ਤਾਂ ਉਹਨੂੰ ਦਿੱਤੀ ਜਾਵੇਗੀ। ਪਰ ਨਿਸ਼ਚੈ ਨਾਲ ਮੰਗੋ, ਕੁਝ ਭਰਮ ਨਾ ਕਰੋ, ਕਿਉਂਕਿ ਭਰਮ ਕਰਨ ਵਾਲਾ ਸਮੁੰਦਰ ਦੀ ਛੱਲ ਵਰਗਾ ਹੈ, ਜਿਹੜੀ ਪੌਣ ਨਾਲ ਟਕਰਾਈ ਤੇ ਉਡਾਈ ਜਾਂਦੀ ਹੈ। ਇਹੋ ਜਿਹਾ ਮਨੁੱਖ ਨਾ ਸਮਝੇ ਕਿ ਉਹਨੂੰ ਪਰਮੇਸ਼ਰ ਕੋਲੋਂ ਕਦੇ ਵੀ ਕੁਛ ਮਿਲੇਗਾ। ਉਹ ਦੁਚਿੱਤਾ ਆਦਮੀ ਹੈ ਜਿਹੜਾ ਕਿ ਆਪਣੇ ਸਾਰੇ ਚਲਣਾਂ ਵਿੱਚ ਚੰਚਲ ਹੈ, ਪਰ ਵੀ ਉਹ ਭਾਈ ਜਿਹੜਾ ਨੀਵਾਂ ਹੈ ਆਪਣੀ ਉੱਚੀ ਪਦਵੀ ਉੱਤੇ ਮਾਣ ਕਰੇ ਅਤੇ ਧਨਵਾਨ ਆਪਣੀ ਨੀਵੀਂ ਪਦਵੀ ਉੱਤੇ। ਇਸ ਲਈ ਜੋ ਉਹ ਘਾਹ ਦੇ ਫੁੱਲ ਵਾਂਗ ਜਾਂਦਾ ਰਹੇਗਾ। ਤੁਹਾਨੂੰ ਉਹ ਆਦਮੀ ਜਿਹੜਾ ਪਰਤਾਵੇ ਨੂੰ ਸਹਿ ਲੈਂਦਾ ਹੈ, ਕਿਉਂਕਿ ਜਦੋਂ ਖਰਾ ਨਿਕਲਿਆ ਤਾਂ ਉਹਨੂੰ ਜੀਵਨ ਦਾ ਮੁਕਟ ਪ੍ਰਾਪਤ ਹੋਵੇਗਾ, ਜਿਹਦਾ ਪ੍ਰਭੂ ਨੇ ਆਪਣੇ ਪ੍ਰੇਮੀਆਂ ਨਾਲ ਵਾਅਦਾ ਕੀਤਾ ਹੈ। ਜਦੋਂ ਕੋਈ ਆਦਮੀ ਪਰਤਾਇਆ ਜਾਵੇ ਤਾਂ ਇਹ ਨਾ ਕਹੇ ਕਿ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾਂਦਾ, ਤਾਂ ਕਿਉਂਕਿ ਪਰਮੇਸ਼ਰ ਬਦੀਆਂ ਤੋਂ ਪਰਤਾਇਆ ਨਹੀਂ ਜਾਂਦਾ, ਨਾ ਹੀ ਉਹ ਆਪਣੇ ਆਪ ਕਿਸੇ ਨੂੰ ਪਰਤਾਉਂਦਾ ਹੈ। ਪਰ ਹਰ ਕੋਈ ਤਦੇ ਪਰਤਾਇਆ ਜਾਂਦਾ ਜਦੋਂ ਆਪਣੀ ਹੀ ਕਾਮਨਾ ਨਾਲ ਲੁਭਾਇਆ ਤੇ ਪੁੱਛ ਲਾਇਆ ਜਾਂਦਾ ਹੈ। ਤਦੇ ਹੀ ਜਦੋਂ ਉਹਦੀ ਕਾਮਨਾ ਗਰਭਵਤੀ ਹੁੰਦੀ ਹੈ ਤਾਂ ਉਹ ਪਾਪ ਨੂੰ ਜਾਣਦੀ ਹੈ, ਤੇ ਪਾਪ ਜਦੋਂ ਪੂਰੇ ਵਿੱਚ ਨੂੰ ਪਹੁੰਚ ਜਾਂਦਾ ਹੈ ਤਾਂ ਉਹ ਮੌਤ ਨੂੰ ਜਨਮ ਦਿੰਦਾ ਹੈ। ਇਹ ਮੇਰੇ ਪਿਆਰੇ ਭਰਾਵੋ, ਤੁਸੀਂ ਧੋਖਾ ਨਾ ਖਾਓ। ਇਹ ਤਾਂ ਤੁਸੀਂ ਜਾਣਦੇ ਹੀ ਹੋ ਮੇਰੇ ਪਿਆਰੇ ਭਰਾਵੋ, ਪਰ ਹਰੇਕ ਆਦਮੀ ਸੁਣਨ ਵਿੱਚ ਕਾਲਾ ਤੇ ਬੋਲਣ ਵਿੱਚ ਧੀਰਾ ਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ, ਕਿ ਜੋ ਆਦਮੀ ਦਾ ਕ੍ਰੋਧ ਪਰਮੇਸ਼ਰ ਦੇ ਧਰਮ ਦਾ ਕੰਮ ਨਹੀਂ ਕਰਦਾ। ਇਸ ਕਰਕੇ ਤੁਸੀਂ ਹਰ ਪ੍ਰਕਾਰ ਦੇ ਗੰਦੇ ਮੰਦੇ ਬਦੀਆਂ ਦੀ ਬਾਫਰੀ ਨੂੰ ਪਰੇ ਸੁੱਟ ਕੇ ਬੀਜੇ ਹੋਏ ਵਚਨ ਨੂੰ, ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ, ਨਰਮਾਈ ਨਾਲ ਕਬੂਲ ਕਰ ਲਵੋ। ਪਰ ਬਚਨ ਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਬਸ ਸੁਣਨ ਨਾਲ ਹੀ ਨਾ ਕੰਮ ਸਾਰੋ। ਮੇਰੇ ਸੁਣਨ ਵਾਲੇ ਹੋ ਕੇ ਜੇ ਕੋਈ ਬਚਨ ਦਾ ਅਮਲ ਕਰਨ ਵਾਲਾ ਨਹੀਂ ਹੈ ਤਾਂ ਉਹ ਫਿਰ ਉਸ ਆਦਮੀ ਵਰਗਾ ਹੈ ਜਿਹੜਾ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ, ਕਿਉਂ ਜੋ ਉਹਨੇ ਆਪਣੇ ਆਪ ਨੂੰ ਵੇਖ ਕੇ ਚੱਲਿਆ ਜਾਣਾ ਹੁੰਦਾ ਤੇ ਉਸੇ ਵੇਲੇ ਭੁੱਲ ਜਾਣਾ ਹੁੰਦਾ ਕਿ ਮੈਂ ਕਿਹੋ ਜਿਹਾ ਲੱਗਦਾ ਸਾਂ। ਪਰ ਜਿਹਨੇ ਪੂਰੀ ਸ਼ਰ੍ਹਾ ਨੂੰ ਅਰਥਾਤ ਆਜ਼ਾਦੀ ਦੀ ਸ਼ਰ੍ਹਾ ਨੂੰ ਗੌਰ ਨਾਲ ਵੇਖਿਆ ਤੇ ਵੇਖਦਾ ਰਹਿੰਦਾ ਹੈ, ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ, ਸਗੋਂ ਕਰਮ ਦਾ ਕਰਤਾ ਹੈ ਅਤੇ ਆਪਣੇ ਕੰਮ ਵਿੱਚ ਧਨ ਹੋਵੇਗਾ। ਜੇ ਕੋਈ ਆਪਣੇ ਆਪ ਨੂੰ ਭਗਤੀ ਕਰਨ ਵਾਲਾ ਸਮਝੇ ਤਾਂ ਆਪਣੀ ਜੀਭ ਨੂੰ ਲਗਾਮ ਨਾ ਚਾੜੇ ਤਾਂ ਆਪਣੇ ਹੀ ਦਿਲ ਨੂੰ ਧੋਖਾ ਦਿੰਦਾ ਹੈ, ਅਤੇ ਉਸ ਆਦਮੀ ਦੀ ਭਗਤੀ ਤਾਂ ਅਵਰਥ ਹੈ ਜਿਹੜੇ ਪਰਮੇਸ਼ਰ ਦੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਹੈ। ਇਹ ਹੈ ਵੀ ਅਨਾਥਾਂ ਚੈਪਟਰ 2 ਪੱਖਪਾਤ ਅਮਲ ਤੇ ਨਿਸ਼ਚਾ। ਇਹ ਮੇਰੇ ਭਰਾਵੋ, ਜਿਹੜੇ ਪ੍ਰਤਾਪਵਾਨ ਪ੍ਰਭੂ ਯਿਸੂ ਮਸੀਹ ਦੀ ਨਿਸ਼ਚੈ ਨੂੰ ਕਿਸੇ ਦੇ ਪੱਖਪਾਤ ਨਾਲ ਨਾ ਰੱਖੋ, ਕਿਉਂਕਿ ਜੇ ਕੋਈ ਆਦਮੀ ਸੋਨੇ ਦੀ ਅੰਗੂਠੀ ਪਾਈ ਭੜਕੀਲੇ ਕੱਪੜੇ ਪਹਿਨੇ ਹੋਏ ਤੁਹਾਡੇ ਸਮਾਜ ਵਿੱਚ ਆਇਆ ਤਾਂ ਉਹ ਗਰੀਬ ਵੀ ਇੱਕ ਮੈਲੇ ਲੀੜੇ ਪਾ ਕੇ ਆ ਗਿਆ ਤੇ ਤੁਸੀਂ ਉਸ ਭੜਕੀਲੇ ਕੱਪੜਿਆਂ ਵਾਲੇ ਦਾ ਲਿਹਾਜ਼ ਕੀਤਾ ਤੇ ਉਹਨੂੰ ਆਖਿਆ ਇੱਥੇ ਚੰਗੀ ਤਰ੍ਹਾਂ ਨਾਲ ਬੈਠ ਜਾ, ਅਤੇ ਉਸ ਗਰੀਬ ਨੂੰ ਕਿਹਾ ਕਿ ਬਾਈ ਤੂੰ ਵੀ ਉੱਥੇ ਖੜਾ ਹੋ ਜਾ, ਮੇਰੇ ਪੈਰ ਦੀ ਚੌਂਕੀ ਕੋਲ ਜਾ ਬੈਠ। ਤਾਂ ਕੀ ਤੁਸੀਂ ਆਪਣੇ ਮਨ ਵਿੱਚ ਦੁਆਇਤ ਭਾਵ ਨਹੀਂ ਕੀਤਾ? ਬੁਰਾਈ ਸੋਚਣ ਵਾਲੇ ਨਿਆਈ ਨਹੀਂ ਬਣੇ। ਅਤੇ ਸੁਣੋ, ਕੀ ਤੁਸੀਂ ਬੁਰਾਈ ਸੋਚਣ ਵਾਲੇ ਨਿਆਈ ਨਹੀਂ ਬਣੇ? ਜੇ ਪਰਮੇਸ਼ਰ ਨੇ ਉਹਨਾਂ ਨੂੰ ਨਹੀਂ ਸੁਣਿਆ, ਭਲਾ ਸੰਸਾਰ ਦੇ ਵੱਲੋਂ ਗਰੀਬ ਹਨ ਵੀ ਨਿਸ਼ਚਾ ਵਿੱਚ ਧਨੀ ਹੋਣ ਅਤੇ ਉਸ ਰਾਜ ਦੇ ਅਧਿਕਾਰੀ ਹੋਣ ਜਿਹਦਾ ਬਚਨ ਉਹਨੇ ਆਪਣੇ ਪ੍ਰੇਮੀਆਂ ਨੂੰ ਦਿੱਤਾ ਸੀ, ਪਰ ਤੁਸੀਂ ਗਰੀਬ ਦੀ ਪੱਤ ਲਾ ਸੁੱਟੀ। ਭਲਾ ਨਿਰਧਨ ਤੁਹਾਡੇ ਨਾਲ ਹਨੇਰ ਨਹੀਂ ਕਰਦੇ? ਗਰੀਬ ਵੀ ਭਲਾ ਧਨਵਾਨ ਤੁਹਾਡੇ ਨਾਲ ਬੁਰਾ ਨਹੀਂ ਕਰਦੇ ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਨਹੀਂ ਖਿੱਚ ਖੜਦੇ? ਭਲਾ ਇਹੋ ਜਿਹੇ ਨਹੀਂ ਜਿਹੜੇ ਉਸ ਨਾਮ ਉੱਤੇ ਜਿਸ ਤੋਂ ਤੁਸੀਂ ਸਦਾਉਂਦੇ ਹੋ ਕੁਫਰ ਬਕਦੇ ਹਨ? ਪਰ ਤਾਂ ਵੀ ਜੇ ਤੁਸੀਂ ਉਸ ਸ਼ਾਹੀ ਹੁਕਮ ਨੂੰ ਪੂਰੀਆਂ ਕਰਦੇ ਹੋ, ਜਿਵੇਂ ਧਰਮ ਪੁਸਤਕ ਵਿੱਚ ਵੀ ਤੂੰ ਆਪਣੇ ਗੁਆਂਢੀ ਨਾਲ ਆਪਣੇ ਵਰਗਾ ਪਿਆਰ ਕਰ, ਤਾਂ ਭਲਾ ਕਰਦੇ ਹੋ। ਪਰ ਜੇ ਪੱਖਪਾਤ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਸ਼ਰਅ ਤੋਂ ਦੋਸ਼ੀ ਠਹਿਰਾ ਜਾਂਦੇ ਹੋ। ਜੇ ਕੋਈ ਆਪਣੀ ਸ਼ਰਅ ਦੀ ਪਾਲਣਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ, ਉਹ ਸਭਨਾਂ ਵਿੱਚ ਦੋਸ਼ੀ ਹੋਇਆ, ਕਿਉਂਕਿ ਜਿਹਨੇ ਆਖਿਆ ਵੀ ਜਿਨਾਹ ਨਾ ਕਰ, ਉਹਨੇ ਇਹ ਵੀ ਆਖਿਆ ਕਿ ਖੂਨ ਵੀ ਨਾ ਕਰ। ਸੋ ਜੇ ਤੂੰ ਜਿਨਾਹ ਨਹੀਂ ਕੀਤਾ ਤੇ ਪਰ ਖੂਨ ਕਰ ਦਿੱਤਾ ਤੇ ਤੂੰ ਸ਼ਰਅ ਦਾ ਉਲੰਘਣ ਕਰਨ ਵਾਲਾ ਤਾਂ ਫਿਰ ਵੀ ਹੋ ਗਿਆ। ਇਉਂ ਨਾ ਬੋਲੋ
ਅਤੇ ਇਉਂ ਕੰਮ ਕਰੋ ਜਿਵੇਂ ਉਹ ਜਿਨ੍ਹਾਂ ਦਾ ਨਿਆਂ ਆਜ਼ਾਦੀ ਦੀ ਸ਼ਰ੍ਹਾਂ ਨਾਲ ਹੋਣਾ ਹੈ, ਕਿਉਂਕਿ ਜਿਹਨੇ ਦਇਆ ਨਾ ਕੀਤੀ ਤੇ ਨਿਆਂ ਦਾ ਦਇਆ ਤੋਂ ਬਿਨਾਂ ਕੀਤਾ ਜਾਵੇਗਾ, ਉਹਦਾ ਨਿਆਂ ਦਇਆ ਤੋਂ ਬਿਨਾਂ ਕੀਤਾ ਜਾਵੇਗਾ। ਦਇਆ ਨਿਆਂ ਉੱਤੇ ਫਤਿਹ ਪਾ ਲੈਂਦੀ ਹੈ। ਪਰ ਮੇਰੇ ਭਰਾਵੋ, ਜੇ ਕੋਈ ਆਖੇ ਵੀ ਮੈਨੂੰ ਨਿਸ਼ਚਾ ਹੈ ਪਰ ਉਹ ਅਮਲ ਨਹੀਂ ਕਰਦਾ ਤਾਂ ਲਾਭ ਕੀ ਹੋਇਆ? ਭਲਾ ਨਿਸ਼ਚਾ ਉਹਨੂੰ ਬਚਾ ਸਕਦੀ ਹੈ ਬਿਨਾਂ ਅਮਲ ਤੋਂ? ਜੇ ਕੋਈ ਭਾਈ ਜਾਂ ਭੈਣ ਨੰਗਾ ਅਤੇ ਰਾਜਵੀਂ ਰੋਟੀ ਤੋਂ ਛੁੜਿਆ ਹੋਇਆ ਹੋਵੇ ਤੇ ਤੁਹਾਡੇ ਵਿੱਚੋਂ ਕੋਈ ਉਹਨੂੰ ਆਖੇ ਵੀ ਸੁੱਖ ਸਾਂਦ ਨਾਲ ਚਲਾ ਜਾ, ਨਿੱਘੇ ਤੇ ਰੱਜੇ ਪੁੱਜਾ ਰਹਿ, ਪਰ ਜਿਹੜੀਆਂ ਵਸਤਾਂ ਸਰੀਰ ਨੂੰ ਲੋੜਦੀਆਂ ਹਨ ਉਹ ਤਾਂ ਤੁਸੀਂ ਉਹਨੂੰ ਨਹੀਂ ਦਿੱਤੀਆਂ, ਤਾਂ ਫਿਰ ਕੀ ਲਾਭ ਹੋਇਆ? ਇਸੇ ਪ੍ਰਕਾਰ ਅਮਲ ਸਹਿਤ ਜੇ ਨਿਸ਼ਚਾ ਨਾ ਹੋਵੇ ਤਾਂ ਆਪਣੇ ਆਪ ਤੋਂ ਮਰੀ ਹੋਈ ਹੈ। ਪਰ ਜੇ ਕੋਈ ਆਖੇਗਾ ਵੀ ਤੇਰੇ ਕੋਲ ਨਿਸ਼ਚਾ ਹੈ ਪਰ ਮੇਰੇ ਕੋਲ ਅਮਲ ਹਨ, ਤਾਂ ਤੂੰ ਆਪਣੀ ਨਿਸ਼ਚਾ ਵਿਖਾ ਤੇ ਮੈਂ ਆਪਣੇ ਅਮਲਾਂ ਨੂੰ ਵਿਖਾਉਣਾ, ਤਾਂ ਤੂੰ ਆਪਣੀ ਨਿਸ਼ਚਾ ਅਮਲਾਂ ਬਿਨਾਂ ਮੈਨੂੰ ਵਿਖਾ, ਮੈਂ ਆਪਣੇ ਅਮਲਾਂ ਨਾਲ ਤੈਨੂੰ ਆਪਣੀ ਨਿਸ਼ਚਾ ਵਿਖਾਵਾਂਗਾ। ਤੂੰ ਨਿਸ਼ਚਾ ਰੱਖਦਾ ਹੈ ਜੋ ਪਰਮੇਸ਼ਰ ਇੱਕੋ ਹੈ, ਤੂੰ ਬਹੁਤ ਅੱਛਾ ਕਰਦਾ ਹੈ। ਭੂਤ ਵੀ ਇਹ ਨਿਸ਼ਚਾ ਰੱਖਦੇ ਹਨ ਕਿ ਪਰਮੇਸ਼ਰ ਇੱਕ ਹੈ ਤੇ ਉਹ ਕੰਬਦੇ ਹਨ। ਪਰ ਇਹ ਨਿਕੰਮਿਆ ਆਦਮੀ, ਕੀ ਤੂੰ ਇਹ ਜਾਣਿਆ ਚਾਹੁੰਦਾ ਵੀ ਅਮਲਾਂ ਵਜੋਂ ਨਿਸ਼ਚਾ ਅਕਾਰਥ ਹੈ? ਕਿ ਸਾਡਾ ਪਿਤਾ ਅਬਰਾਹਮ ਅਮਲਾਂ ਨਾਲ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਹਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਚਾੜ ਦਿੱਤਾ? ਤੂੰ ਵੇਖਦਾ ਹੈ ਵੀ ਨਿਸ਼ਚਾ ਉਹਦੇ ਅਮਲਾਂ ਨਾਲ ਗੁਣਕਾਰ ਹੋਈ ਹੈ ਤੇ ਅਮਲਾਂ ਤੋਂ ਬਿਨਾਂ ਨਿਸ਼ਚਾ ਸੰਪੂਰਨ ਨਹੀਂ, ਅਮਲਾਂ ਦੇ ਨਾਲ ਨਿਸ਼ਚਾ ਸੰਪੂਰਨ ਹੁੰਦੀ ਹੈ। ਧਰਮ ਪੁਸਤਕ ਦਾ ਇਹ ਵਾਕ ਹੈ ਵੀ ਅਬਰਾਹਮ ਨੇ ਪਰਮੇਸ਼ਰ ਦੀ ਪ੍ਰਤੀਤ ਕੀਤੀ, ਇਹ ਉਹਦੇ ਲਈ ਧਰਮ ਗਿਣੀ ਗਈ ਅਤੇ ਪਰਮੇਸ਼ਰ ਦਾ ਮਿੱਤਰ ਸਦਾਇਆ। ਮੇਰੀ ਨਿਸ਼ਚਾ ਨਾਲ ਨਹੀਂ ਸਗੋਂ ਅਮਲਾਂ ਨਾਲ ਚਲਾਇਆ ਜਾਂਦਾ ਸੀ। ਉਸ ਪ੍ਰਕਾਰ ਕੀ ਰਹਾਬ ਵੇਸਪਾਤ ਹੁੰਦੀ ਹੋਈ ਵੀ ਅਮਲਾਂ ਨਾਲ ਧਰਮੀ ਨਹੀਂ ਠਹਿਰਾਏ ਗਏ? ਜਦੋਂ ਉਹਨੇ ਹਲਕਾਰਿਆਂ ਨੂੰ ਘਰ ਚ ਉਤਾਰਿਆ ਤੇ ਉਹਨਾਂ ਨੂੰ ਦੂਜੀ ਰਾਹ ਥਾਣੀ ਤੋੜ ਦਿੱਤਾ। ਜਿਵੇਂ ਆਤਮਾ ਬਾਝੋਂ ਸਰੀਰ ਮੁਰਦਾ ਹੈ, ਉਸੇ ਤਰ੍ਹਾਂ ਹੀ ਅਮਲਾਂ ਬਾਝੋਂ ਨਿਸ਼ਚਾ ਵੀ ਮੁਰਦਾ ਹੈ। ਜੀਵ ਦੇ ਕਾਰੇ ਚੈਪਟਰ 3। ਇਹ ਮੇਰੇ ਭਰਾਵੋ, ਬਾਲੇ ਉਪਦੇਸ਼ਕ ਨਾ ਬਣਨਾ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਵਧੀਕ ਸਜ਼ਾ ਮਿਲਣੀ ਹੈ। ਇਸ ਲਈ ਜੋ ਅਸੀਂ ਸਾਰੇ ਬਹੁਤ ਭੁੱਲਣਹਾਰ ਹੈਗੇ ਹਾਂ, ਤੇ ਜੇ ਕੋਈ ਵਚਨ ਵਿੱਚ ਨਾ ਭੁੱਲੇ ਤਾਂ ਉਹਦਾ ਫਿਰ ਸਿੱਧ ਪੁਰਸ਼ ਹੋ ਜਾਊ ਤੇ ਸਾਰੀ ਦੇਹ ਨੂੰ ਵੀ ਲਗਾਮ ਦੇ ਸਕਦਾ ਹੈ। ਜਦੋਂ ਅਸੀਂ ਘੋੜਿਆਂ ਦੀ ਲਗਾਮਾਂ ਉਹਨਾਂ ਦੇ ਮੂੰਹਾਂ ਵਿੱਚ ਦਿੰਦੇ ਹਾਂ ਵੀ ਉਹ ਸਾਡੇ ਵੱਸ ਵਿੱਚ ਰਹਿਣ, ਤਾਂ ਇਸੇ ਤਰ੍ਹਾਂ ਸਾਡੇ ਸਰੀਰ ਨੂੰ ਵੀ ਅਸੀਂ ਮੋੜ ਸਕਦੇ ਹਾਂ, ਜਿੱਦਾਂ ਅਸੀਂ ਉਹਨਾਂ ਦੇ ਸਾਰੇ ਸਰੀਰ ਨੂੰ ਮੋੜ ਲੈਂਦੇ ਹਾਂ। ਵੇਖੋ, ਜਹਾਜ਼ ਵੀ ਭਾਵੇਂ ਕਿੱਡੇ ਕਿੱਡੇ ਵੱਡੇ ਹਨ ਪਰ ਡਾਢੀਆਂ ਹਨੇਰੀਆਂ ਨਾਲ ਉਡਾਏ ਜਾਂਦੇ ਹਨ, ਤਾਂ ਵੀ ਛੋਟੇ ਜਿਹੇ ਪਤਵਾਰ ਨਾਲ ਜਿੱਧਰ ਮਾਂਜੀ ਦਾ ਜੀ ਕਰੇ ਮੋੜ ਲੈਂਦਾ ਹੈ ਉਸਨੂੰ। ਜਿਵੇਂ ਇਸੇ ਪ੍ਰਕਾਰ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ ਪਰ ਵੱਡੇ ਵੱਡੇ ਫੋੜੇ ਮਾਰਦੀ ਹੈ। ਵੇਖੋ ਕਿੱਡਾ ਵੱਡਾ ਬਣ ਨਿੱਕੀ ਜਿਹੀ ਅੱਗ ਨਾਲ ਬਾਲ ਉੱਠਦਾ ਹੈ। ਜੀਭ ਇੱਕ ਅਜਿਹੀ ਹੀ ਅੱਗ ਹੈ ਸਾਡੇ ਅੰਗਾਂ ਵਿੱਚ। ਕੋ ਧਰਮ ਦੀ ਦੁਨੀਆ ਜੀਭ ਹੀ ਤੋਂ ਹੈ, ਜਿਹੜੀ ਸਾਰੀ ਦੇਹੀ ਨੂੰ ਦਾਗ ਲਾਉਂਦੀ ਤੇ ਭਵ ਚੱਕਰ ਨੂੰ ਅੱਗ ਲਾ ਦਿੰਦੀ ਹੈ ਤੇ ਆਪ ਨਰਕ ਦੀ ਅੱਗ ਤੋਂ ਬਾਲ ਉੱਠਦੀ ਹੈ। ਕਿਉਂਕਿ ਜੰਗਲੀ ਜਾਨਵਰਾਂ ਅਤੇ ਪੰਛੀਆਂ ਕਿਸਰਨ ਵਾਲੇ ਤੇ ਜਲ ਜੰਤੂਆਂ ਦੀ ਹਰ ਇੱਕ ਗੱਲ, ਹਰ ਇੱਕ ਜ਼ਾਤ ਆਦਮੀ ਜ਼ਾਤ ਦੇ ਵੱਸ ਵਿੱਚ ਕੀਤੀ ਜਾਂਦੀ ਹੈ, ਸਗੋਂ ਕੀਤੀ ਗਈ ਹੈ। ਪਰ ਜੀਵ ਨੂੰ ਕੋਈ ਆਦਮੀ ਵੱਸ 'ਚ ਨਹੀਂ ਕਰ ਸਕਿਆ। ਉਹ ਇੱਕ ਚਾਂਚਲ ਬਲਾ ਹੈ, ਉਹ ਨਾਸ਼ ਕਰਨ ਵਾਲੀ ਜ਼ਹਿਰ ਨਾਲ ਭਰੀ ਹੋਈ ਹੈ। ਉਸੇ ਨਾਲ ਅਸੀਂ ਪ੍ਰਭੂ ਤੇ ਪਿਤਾ ਨੂੰ ਮੁਬਾਰਕ ਕਹਿੰਦੇ ਹਾਂ। ਉਸੇ ਨਾਲ ਅਸੀਂ ਆਦਮੀਆਂ ਨੂੰ, ਜਿਹੜੇ ਕਿ ਪਰਮੇਸ਼ਰ ਦੇ ਸਰੂਪ ਉੱਤੇ ਬਣਾਏ ਗਏ ਹਨ, ਫਿਟਕਾਰਾਂ ਦਿੰਦੇ ਹਾਂ। ਇੱਕੋ ਮੂੰਹ ਤੋਂ ਬਰਕਤ ਅਤੇ ਇੱਕੋ ਹੀ ਮੂੰਹ ਤੋਂ ਫਟਕਾਰ ਨਿਕਲਦੀ ਹੈ। ਤੇ ਮੇਰੇ ਭਰਾਵੋ, ਇਹ ਗੱਲਾਂ ਇਉਂ ਨਹੀਂ ਹੋਣੀਆਂ ਚਾਹੀਦੀਆਂ। ਭਲਾ ਸੋਮੇ ਦੇ ਇੱਕੋ ਮੂੰਹ ਤੇ ਕਦੀ ਪਾਣੀ ਨਿਕਲਦਾ? ਦੇਖੋ ਇਹ ਮੇਰੇ ਭਰਾਵੋ, ਵੀ ਇਹ ਹੋ ਸਕਦਾ ਜੇ ਹਜੀਰ ਦਾ ਫਲ ਅਥਵਾ ਅੰਗੂਰੀ ਵੇਲ ਨੂੰ ਹਜੀਰ ਲੱਗੇ, ਪਾਣੀ ਵਿੱਚੋਂ ਵੀ ਮਿੱਠਾ ਪਾਣੀ ਨਹੀਂ ਨਿਕਲਦਾ ਹੈ। ਤੁਹਾਡੇ ਵਿੱਚ ਬੁੱਧਵਾਨ ਤੇ ਕੁਛ ਕਰਮ ਵਿਖਾਵੇ, ਪਰ ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ ਤੇ ਧੜੇਬਾਜ਼ੀ ਨਾ ਘਮੰਡ ਕਰੋ, ਨਾ ਝੂਠ ਮਾਰੋ, ਤਾਂ ਜਿਹੜੀ ਬੁੱਧ ਨਹੀਂ ਅਕਲ ਉੱਤਰ ਆਉਂਦੀ ਹੈ, ਸਗੋਂ ਸੰਸਾਰੀ ਪੁਰਾਣਾ ਸ਼ੈਤਾਨ। ਜਿੱਥੇ ਈਰਖਾ ਹੈ ਉੱਥੇ ਧੜੇਬਾਜ਼ੀ ਹੁੰਦੀ ਹੈ, ਉੱਥੇ ਕਸੂਰ ਤੇ ਉੱਥੇ ਹਰ ਭਾਗ ਦਾ ਕੰਮ ਵੀ ਹੁੰਦਾ ਹੈ। ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਅਨੁਸਾਰ ਫਿਰ ਦਇਆ ਵਾਲੀ, ਫਿਰ ਚੰਗੀਆਂ ਫਲਾਂ ਨਾਲ ਭਰਪੂਰ, ਫਿਰ ਦੁਆਇਤ ਭਾਵ ਤੋਂ ਰਹਿਤ, ਫਿਰ ਨਿਸ਼ਕਪਟ ਹੁੰਦੀ ਹੈ। ਅਤੇ ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਦੇ ਮੇਲ ਤੋਂ ਬੀਜਿਆ ਜਾਂਦਾ ਹੈ। ਪਰਮੇਸ਼ਰ ਦੇ ਨੇੜੇ ਜਾਓ, ਚੈਪਟਰ 4। ਲੜਾਈਆਂ ਕਿੱਥੋਂ ਤੇ ਝਗੜੇ ਕਿੱਥੋਂ ਤੁਹਾਡੇ ਵਿੱਚ ਆ ਗਏ? ਕਿੱਥੋਂ ਆਉਂਦੇ ਹਨ? ਕੀ ਇੱਥੋਂ ਨਹੀਂ? ਅਰਸਾਤ ਤੁਹਾਡਿਆਂ ਭੋਗ ਵਿਲਾਸਾਂ ਤੋਂ, ਜਿਹੜੇ ਤੁਹਾਡੇ ਜਿਸਮ ਦੇ ਧੰਦੇ ਹਨ, ਜਿਹੜੇ ਤੁਹਾਡੇ ਅੰਗ ਆਪੋ ਵਿੱਚ ਯੁੱਧ ਕਰਦੇ ਹਨ।
ਲੜਾਈ 'ਚ ਫਸ ਜਾਂਦੇ ਹਨ। ਤੁਸੀਂ ਲਾਲਚ ਕਰਦੇ ਹੋ ਤੇ ਪੱਲੇ ਕੁਛ ਨਹੀਂ ਪੈਂਦਾ। ਤੁਸੀਂ ਮਾਰ ਦਿੰਦੇ ਹੋ, ਈਰਖਾ ਕਰਦੇ ਹੋ, ਹੱਤਿਆ ਕਰ ਦਿੰਦੇ ਹੋ, ਕੁਛ ਵੀ ਫਿਰ ਵੀ ਪ੍ਰਾਪਤ ਨਹੀਂ ਕਰ ਪਾਉਂਦੇ। ਤੁਸੀਂ ਝਗੜਾ ਤੇ ਲੜਾਈ ਕਰਦੇ ਹੋ ਪਰ ਤੁਹਾਡੇ ਪੱਲੇ ਫਿਰ ਵੀ ਕੁਛ ਨਹੀਂ ਪੈਂਦਾ। ਇਸ ਲਈ ਜੋ ਤੁਸੀਂ ਮੰਗਦੇ ਨਹੀਂ, ਤੁਸੀਂ ਮੰਗਦੇ ਵੀ ਹੋ ਤੇ ਫਿਰ ਤੁਹਾਨੂੰ ਲੱਭਦਾ ਨਹੀਂ, ਕਿਉਂਕਿ ਬਦਨੀਤੀ ਨਾਲ ਮੰਗਦੇ ਹੋ ਵੀ ਆਪਣਿਆਂ। ਤੁਸੀਂ ਸਾਰਾ ਵਕਤ ਭੋਗ ਵਿਲਾਸਾਂ ਵਿੱਚ ਜਿਸਮ ਦੀ ਇੱਛਾ ਦੀਆਂ ਇੰਦਰੀਆਂ ਦੀ ਇੱਛਾ ਵਿੱਚ ਉਡਾ ਦਿੰਦੇ ਹੋ। ਇਹ ਵੀ ਵਿਚਾਰਿਓ ਕਿ ਤੁਹਾਨੂੰ ਮਾਲੂਮ ਨਹੀਂ ਕਿ ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਦਾ ਵੈਰ ਹੈ। ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਤਾਂ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ। ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ ਵੀ ਧਰਮ ਪੁਸਤਕ ਐਵੇਂ ਕਹਿੰਦਾ ਹੈ ਵੀ ਉਹ ਆਤਮਾ ਲਈ ਜਿਹੜਾ ਉਹਨੇ ਸਾਡੇ ਵਿੱਚ ਵਸਾਇਆ ਅਣਖ ਨਾਲ ਲੋਚਦਾ ਹੈ, ਪਰ ਹੋਰ ਵੀ ਕਿਰਪਾ ਕਰਦਾ ਹੈ। ਇਹ ਕਾਰਨ ਉਹ ਕਹਿੰਦਾ ਹੈ ਵੀ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾ ਉੱਤੇ ਕਿਰਪਾ ਕਰਦਾ ਹੈ। ਪਰ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ, ਸ਼ੈਤਾਨ ਦਾ ਸਾਹਮਣਾ ਕਰੋ ਤਾਂ ਕਿ ਭੱਜ ਜਾਵੇ। ਪਰਮੇਸ਼ਰ ਦੇ ਨੇੜੇ ਹੋ ਜਾਓ ਤਾਂ ਤੁਹਾਡੇ ਨੇੜੇ ਹੋਵੇਗਾ। ਕਿ ਪਾਪੀਓ ਆਪਣੇ ਹੱਥ ਸ਼ੁੱਧ ਕਰੋ, ਜਿੱਤਿਓ ਆਪਣੇ ਦਿਲਾਂ ਨੂੰ। ਛਲਾਉਣਾ ਤਾਂ ਤੂੰ ਸ਼ਰਾਂ ਉੱਤੇ ਅਮਲ ਕਰਨ ਵਾਲਾ ਨਹੀਂ, ਸਗੋਂ ਦੋਸ਼ ਲਾਉਣ ਵਾਲਾ ਠਹਿਰਿਆ। ਸ਼ਰਾਂ ਤਾਂ ਦੇਣ ਵਾਲਾ ਤੇ ਨਿਆਂਈ ਇੱਕੋ ਹੀ ਹੈ, ਅਰਥਾਤ ਉਹ ਜਿਹੜਾ ਮੁਕਤੀ ਦੇਣ ਤੇ ਨਾਸ਼ ਕਰਨ ਨੂੰ ਸਮਰੱਥਾ ਰੱਖਦਾ ਹੈ। ਪਰ ਤੂੰ ਕਿਨੂੰ ਗੁਆਂਢੀ ਤੇ ਦੋਸ਼ ਲਾਉਣ ਵਾਲਾ ਫਿਰ ਹੁੰਦਾ ਹੀ ਕੌਣ ਹੈ? ਓਏ ਤੁਸੀਂ ਜੋ ਆਖਦੇ ਹੋ ਵੀ ਅਸੀਂ ਅੱਜ ਦਾ ਭਲ ਕੇ ਫਲਾਣੇ ਨਗਰ ਨੂੰ ਜਾਵਾਂਗੇ ਤੇ ਉੱਥੇ ਇੱਕ ਵਰਾ ਕੱਟਾਂਗੇ ਤੇ ਵਣਜ ਵਪਾਰ ਕਰਾਂਗੇ ਤੇ ਫਿਰ ਕੁਛ ਹੋਰ ਖਟਾਂਗੇ। ਤੁਸੀਂ ਜਾਣਦੇ ਨਹੀਂ ਜੇ ਭਲ ਕੇ ਕੀ ਹੋਏਗਾ, ਤੁਹਾਡੀ ਜਿੰਦ ਹੈ ਵੀ ਹੈ ਕਿ ਨਹੀਂ? ਕਿਉਂਕਿ ਤੁਸੀਂ ਤਾਂ ਭਾਫ ਹੋ ਜਿਹੜੀ ਥੋੜਾ ਚਿਰ ਦਿਸਦੀ ਹੈ ਤੇ ਫਿਰ ਅਲੋਪ ਹੋ ਜਾਂਦੀ ਹੈ। ਸਗੋਂ ਤੁਸੀਂ ਇਹ ਆਖਣਾ ਸੀ ਕਿ ਪ੍ਰਭੂ ਚਾਹੇ ਤਾਂ ਅਸੀਂ ਜਿਉਂਦੇ ਰਵਾਂਗੇ, ਜੇ ਪ੍ਰਭੂ ਚਾਹੇ ਤਾਂ ਅਸੀਂ ਉਹ ਕੰਮ ਕਰਾਂਗੇ। ਪਰ ਹੁਣ ਤੁਸੀਂ ਆਪਣੀਆਂ ਗੱਪਾਂ ਤੇ ਘਮੰਡ ਕਰਦੇ ਹੋ। ਕਿਹੋ ਜਿਹਾ ਘਮੰਡ? ਸਾਰਾ ਹੀ ਬੁਰਾ ਹੁੰਦਾ ਹੈ। ਇਹੋ ਜਿਹਾ ਘਮੰਡ ਕੋਈ ਬੁਰਾ, ਸਾਰਾ ਹੀ ਬੁਰਾ ਹੁੰਦਾ ਹੈ। ਕੋਈ ਭਲਾ ਕਰਨਾ ਜਾਣਦਾ ਤੇ ਕੋਈ ਨਹੀਂ ਕਰਦਾ, ਜੇ ਤੇ ਉਹਦੇ ਲਈ ਪਾਪ ਹੈ। ਸਬਰ ਅਤੇ ਪ੍ਰਾਰਥਨਾ ਦੇ ਲਾਭ, ਚੈਪਟਰ 5। ਓਏ ਧਨਵਾਨੋ, ਤੁਸੀਂ ਉਹਨਾਂ ਵਿਪਤਾ ਲਈ ਜਿਹੜੀਆਂ ਤੁਹਾਡੇ ਉੱਤੇ ਆਉਣ ਵਾਲੀਆਂ ਹਨ ਚੀਕਾਂ ਮਾਰ ਮਾਰ ਕੇ ਰੋਵੋ। ਤੁਹਾਡੇ ਧਨ ਗਲ ਗਿਆ, ਤੁਹਾਡੇ ਬਸਤਰ ਕੀੜੇ ਦੇ ਖਾਧੇ ਹੋਏ ਹਨ, ਤੁਹਾਡੇ ਚਾਂਦੀ ਤੇ ਸੋਨੇ ਨੂੰ ਜੰਗਾਲ ਲੱਗ ਗਿਆ ਹੋਇਆ ਹੈ। ਉਹਨਾਂ ਦਾ ਜੰਗਾਲ ਤੁਹਾਡੇ ਉੱਤੇ ਗਵਾਹੀ ਦੇਵੇਗਾ ਅਤੇ ਅੱਗ ਵਾਂਗੂ ਤੁਹਾਡਾ ਮਾਸ ਖਾ ਜਾਵੇਗਾ। ਪਰੰਤੂ ਅੰਤ ਦੇ ਦਿਨਾਂ ਵਿੱਚ ਧਨ ਜੋੜਿਆ ਹੈ ਤੁਸੀਂ ਤਾਂ ਵੇਖੋ, ਜਿਨ੍ਹਾਂ ਲਾਵਿਆਂ ਨੇ ਤੁਹਾਡੇ ਖੇਤ ਵੱਢੇ ਉਹਨਾਂ ਦੀ ਲਾਵੀ ਜਿਹੜੀ ਤੁਹਾਡੇ ਦਲ ਦੇ ਨਾਲ ਦੋਸ਼ ਦੱਬ ਰੱਖੀ ਹੈ, ਫਰਿਆਦਾ ਕਰਦੀ ਤੇ ਵਾਢਿਆਂ ਦੀਆਂ ਦੁਆਈਆਂ ਸੈਨਾ ਦੇ ਪ੍ਰਭੂ ਦੇ ਕੰਨੀ ਪਹੁੰਚ ਗਈਆਂ ਹਨ। ਤੁਸੀਂ ਧਰਤੀ ਉੱਤੇ ਮੌਜਾਂ ਮਾਣੀਆਂ ਤੇ ਸ਼ਾਕੀ ਕੀਤੀ। ਤੁਸੀਂ ਕੋਹੇ ਜਾਣ ਦੇ ਦਿਨ ਆਪਣੇ ਹਿਰਦਿਆਂ ਨੂੰ ਕੋਹੇ ਜਾਣ ਦੇ ਦਿਨ ਲਈ ਆਪਣੇ ਹਿਰਦਿਆਂ ਨੂੰ ਪਾਲਿਆ। ਤੁਸੀਂ ਧਰਮੀ ਨੂੰ ਦੋਸ਼ੀ ਠਹਿਰਾਇਆ ਤੇ ਉਹਨੂੰ ਵੱਢ ਸੁੱਟਿਆ। ਉਹ ਤੁਹਾਡਾ ਸਾਹਮਣਾ ਨਹੀਂ ਕਰਦਾ। ਮੇਰੇ ਪ੍ਰਭੂ ਦੇ ਆਉਣ ਦੇ ਦਿਨ ਤੱਕ ਧੀਰਜ ਕਰੋ। ਵੇਖੋ, ਕਿਸਾਨ ਧਰਤੀ ਤੇ ਉੱਤਮ ਦੇ ਫਲ ਦੀ ਉਡੀਕ ਕਰਦਾ ਅਤੇ ਉਹਦੇ ਲਈ ਧੀਰਜ ਕਰਦਾ ਹੈ, ਜਿੰਨਾ ਚਿਰ ਉਹ ਉਸ ਤੇ ਪਹਿਲੀ ਵਰਖਾ ਨਾ ਪਵੇ। ਤੁਸੀਂ ਵੀ ਧੀਰਜ ਕਰੋ, ਆਪਣੇ ਮਨਾਂ ਨੂੰ ਤਕੜਿਆ ਰੱਖੋ, ਕਿਉਂ ਜੋ ਪ੍ਰਭੂ ਦਾ ਆਉਣਾ ਨੇੜੇ ਹੈ। ਪ੍ਰਭੂ ਇੱਕ ਦੂਜੇ ਦੇ ਵਿਰੁੱਧ ਬੁੜ ਨਾ ਕਰੋ, ਤੁਸੀਂ ਦੋਸ਼ੀ ਨਾ ਠਹਿਰਾ ਜਾਓ, ਤਾਂ ਕਿ ਵੇਖੋ ਨਿਆਂਈ ਤਾਂ ਬੂਹੇ ਤੇ ਖਲੋਤਾ ਹੈ। ਮੇਰੇ ਭਰਾਵੋ, ਜਿਹੜੇ ਨਬੀ ਪ੍ਰਭੂ ਦਾ ਨਾਂ ਲੈ ਕੇ ਬੋਲਦੇ ਹਨ, ਉਹਨਾਂ ਨੂੰ ਦੁੱਖ ਝੱਲਣ ਦਾ ਤੇ ਧੀਰਜ ਕਰਨ ਦਾ ਨਮੂਨਾ ਮੰਨ ਲਵੋ। ਵੇਖੋ ਵੀ ਅਸੀਂ ਉਹਨਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਨੇ ਸਬਰ ਕੀਤਾ। ਤੁਸੀਂ ਅਯੂਬ ਦਾ ਸਬਰ ਸੁਣਿਆ ਹੈ? ਪ੍ਰਭੂ ਦਾ ਪਰੋਜਨ ਜਾਣਦੇ ਹੋ ਵੀ ਪ੍ਰਭੂ ਵੱਡਾ ਦਰਦੀ ਤੇ ਦਇਆਲੂ ਹੈ। ਮੇਰੇ ਭਰਾਵੋ, ਸਭ ਤੋਂ ਪਹਿਲਾਂ ਇਹ ਹੈ ਵੀ ਤੁਸੀਂ ਸੌਣ ਨਹੀਂ ਖਾਣੀ, ਨਾ ਆਕਾਸ਼ ਦੀ, ਨਾ ਧਰਤੀ ਦੀ, ਨਾ ਕਿਸੇ ਹੋਰ ਚੀਜ਼ ਦੀ, ਨਾ ਤੁਹਾਡੀ ਹਾਂ ਦੀ ਜਾਂ ਤੁਹਾਡੀ ਹਾਂ ਦੀ ਹਾਂ ਤੇ ਨਾ ਦੀ ਨਾ ਹੋਵੇ। ਤੁਸੀਂ ਸਜ਼ਾ ਹੇਠ ਫਿਰ ਨਹੀਂ ਆਓਗੇ। ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੇ, ਕੋਈ ਆਨੰਦ ਹੈ ਤਾਂ ਭਜਨ ਗਾਵੇ, ਕੋਈ ਮੰਨਦਾ ਹੈ ਤਾਂ ਕਲੀਸਿਆ ਦੇ ਬਜ਼ੁਰਗਾਂ ਨੂੰ ਸੱਦ ਘੱਲੇ ਕਿ ਪ੍ਰਭੂ ਦਾ ਨਾਂ ਲੈ ਕੇ ਉਹਨੂੰ ਤੇਲ ਚੱਸਣ, ਉਹਦੇ ਲਈ ਪ੍ਰਾਰਥਨਾ ਕਰਨ। ਪ੍ਰਾਰਥਨਾ ਜਿਹੜੀ ਨਿਸ਼ਚੈ ਨਾਲ ਹੋਵੇ, ਬਿਮਾਰ ਨੂੰ ਚੰਗਾ ਕਰੇਗੀ, ਬਚਾਵੇਗੀ। ਪ੍ਰਭੂ ਉਹਨੂੰ ਉਠਾ ਖੜਾ ਕਰੇਗਾ। ਜੇ ਉਹਨੇ ਪਾਪ ਕੀਤੇ ਹੋਣ ਤਾਂ ਉਹਨੂੰ ਮਾਫ ਕਰ ਦਿੱਤੇ ਜਾਣਗੇ। ਇਸ ਲਈ ਤੁਸੀਂ ਆਪੋ ਵਿੱਚ ਹੀ ਆਪਣੇ ਪਾਪਾਂ ਦਾ ਇਕਰਾਰ ਕਰੋ, ਇੱਕ ਦੂਜੇ ਦੀ ਪ੍ਰਾਰਥਨਾ ਕਰੋ, ਇੱਕ ਦੂਜੇ ਲਈ ਪ੍ਰਾਰਥਨਾ ਕਰੋ ਵੀ ਤੁਸੀਂ ਨਰੋਏ ਹੋ ਜਾਓ। ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ। ਏਲੀਆ ਸਾਡੇ ਵਰਗਾ ਦੁੱਖ ਸੁੱਖ ਭੋਗਣ ਵਾਲਾ ਹੀ ਆਦਮੀ ਸੀ, ਪਰ ਉਹਨੇ ਤਨੋਂ ਮਨੋਂ ਪ੍ਰਾਰਥਨਾ ਕੀਤੀ ਤਾਂ ਵਰਖਾ ਨਾ ਹੋਵੇ ਤਾਂ 3.5 ਵਰ੍ਹਿਆਂ ਲਈ ਉਸ ਧਰਤੀ ਉੱਤੇ ਵਰਖਾ ਨਹੀਂ ਹੋਈ। ਫਿਰ ਉਹਨੇ ਪ੍ਰਾਰਥਨਾ ਕੀਤੀ ਤਾਂ ਆਕਾਸ਼ ਨੇ ਵਰਖਾ ਕਰ ਦਿੱਤੀ, ਧਰਤੀ ਨੇ ਆਪਣੇ ਫਲ ਉਗਾਏ। ਮੇਰੇ ਭਰਾਵੋ, ਕੀ ਤੁਹਾਡੇ ਵਿੱਚੋਂ ਕੋਈ ਸੱਚਾਈ ਦੇ ਰਾਹੋਂ ਭੁੱਲ ਗਿਆ? ਜੇ ਕੋਈ ਉਹਨੂੰ ਮੋੜ ਲਿਆਵੇ ਤਾਂ ਉਹ ਜਾਣ ਲਵੇ ਵੀ ਜਿਹਨੇ ਇੱਕ ਪਾਪੀ ਨੂੰ ਉਹਦੀ ਬਦਰਾਹੀ ਤੋਂ ਮੋੜ ਲਿਆਂਦਾ, ਉਹ ਇੱਕ ਜਾਨ ਨੂੰ ਮੌਤ ਤੋਂ ਬਚਾਵੇਗਾ ਤੇ ਬਾਹਲਿਆਂ ਦੇ ਪਾਪਾਂ ਨੂੰ
ਢੱਕ ਲਵੇਗਾ। ਆਮੀਨ।